ਹੁਣ ਪੇਸ਼ ਹੈ ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ। CKYR 1067 ਰੈਡ FM ਤੁਸੀਂ ਸੁਣ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਤੇ ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ। ਇਸ ਕਹਾਣੀ ਦੇ ਪਾਤਰ ਨੇ ਬਹੁਤ ਹੀ ਪਿਆਰਾ ਜਿਹਾ ਪਾਤਰ। ਜਿਹੜਾ ਮੇਨ ਕਿਰਦਾਰ ਹੈ ਉਹ ਹੈ ਧਰਮ ਕੁੱਦੂ। ਭੈਣ ਹੈ ਬਚਨੋ, ਪਤਨੀ ਹੈ ਰਤਨੀ, ਬਾਪੂ ਜੋ ਕਿ ਬਜ਼ੁਰਗ ਹੈ ਬਿਸ਼ਨ ਸਿੰਘ। ਦੋ ਵੱਡੇ ਭਰਾ ਨੇ ਸਵਰਨ ਸਿੰਘ ਤੇ ਫਿਰ ਦੂਜੇ ਨੰਬਰ ਤੇ ਕਰਮ ਸਿੰਘ। ਕਹਾਣੀ ਦਾ ਨਾਮ ਹੈ ਆਪਣਾ ਆਪਣਾ ਹਿੱਸਾ। ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਹੋਣਾ ਦੀ ਲਿਖੀ ਇਹ ਕਹਾਣੀ ਅੱਜ ਰੇਡੀਓ ਤੇ ਤੁਸੀਂ ਸੁਣੋਗੇ। ਰੇਡੀਓ ਦੇ ਲਿਹਾਜ਼ ਨਾਲ ਇਹਨੂੰ ਥੋੜਾ ਛੋਟਾ ਕੀਤਾ ਗਿਆ ਹੈ, ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਹਨੂੰ ਪਸੰਦ ਕਰੋਗੇ। ਸਾਨੂੰ ਆਪੋ ਤਾਪੀ ਪਈ ਹੈ ਨਾ, ਮਾਪਿਆਂ ਨੂੰ ਅਸੀਂ ਭੁਲਾ ਹੀ ਛੱਡਦੇ ਹਾਂ। ਪ੍ਰਾਪਰਟੀ ਦੇ ਝਗੜੇ ਝਮੇਲਿਆਂ 'ਚ ਸਾਨੂੰ ਸਿਰਫ ਆਪਣਾ ਆਪ ਹੀ ਨਜ਼ਰ ਆਉਂਦਾ। ਰਿਸ਼ਤਿਆਂ ਤੇ ਤਾਂ ਜਿਵੇਂ ਕੋਈ ਕਾਈ ਜੰਮ ਗਈ ਹੋਵੇ ਜਾਂ ਸਮੇਂ ਦੀ ਹਨੇਰੀ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਛੱਡਿਆ ਹੋਵੇ। ਕੁਝ ਇਸੇ ਤਰ੍ਹਾਂ ਦੀ ਹੀ ਹੈ ਇਹ ਕਹਾਣੀ ਆਪਣਾ ਆਪਣਾ ਹਿੱਸਾ। ਮੱਝ ਨੂੰ ਬਾਹਰ ਕੱਢ ਕੇ ਖੁਰਲੀ ਵਿੱਚ ਤੂੜੀ ਦਾ ਛਟਾਲਾ ਰਲਾਉਂਦਿਆਂ ਕੁੱਦੂ ਨੇ ਮੱਝ ਦੀਆਂ ਨਾਸਾਂ ਵਿੱਚ ਉੱਡਦੀ ਹਵਾ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ। ਫਿਰ ਮੱਝ ਦੇ ਪਿੰਡੇ ਦੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿੱਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ। ਪਰ ਧੁੰਦ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗਿੱਚੀ ਤੇ ਗੋਡਾ ਦਿੱਤੀ ਬੈਠਾ ਹੋਵੇ। ਕੁੱਦੂ ਦਾ ਹੱਥ ਸਹਿਜੇ ਹੀ ਉਸ ਦੀ ਧੌਣ ਤੇ ਚਲਾ ਗਿਆ। ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ ਉਹਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਅਤੇ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਨਾਲ ਝੱਲੀ ਸੀ। ਉਂਝ ਵੀ ਉਹਦੀ ਵਿਸ਼ੇਸ਼ਤਾ ਢੌਣ ਨਾਲੋਂ ਢਹਿਣ ਵਿੱਚ ਜ਼ਿਆਦਾ ਸੀ। ਇਸੇ ਲਈ ਤਾਂ ਪਿੰਡ ਦੇ ਬਾਬੇ ਝਰ ਨੇ ਉਹਨੂੰ ਮਖੌਲ ਕੀਤਾ ਸੀਗਾ, ਐਡਾ ਤੇਰਾ ਸਰੀਰ ਆ, ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਏਦੂ ਚੰਗਾ ਤਾਂ ਤੇਰੇ ਸਰੀਰ ਦੇ ਦੋ ਹਿੱਸੇ ਹੁੰਦੇ, ਇੱਕ ਹਲ ਵਾਇਆ ਕਰਦਾ ਤੇ ਇੱਕ ਪੱਠੇ ਪਾਉਂਦਾ। ਬਸ ਇਹੀ ਸੀ। ਹੁਣ ਉਹ ਨਾ ਭਲਵਾਨ ਸੀ ਤੇ ਨਾ ਹੀ ਧੌਣ ਤੇ ਕਿਸੇ ਦੇ ਗੋਡੇ ਦਾ ਡਰ ਸੀ। ਪਰ ਫੇਰ ਵੀ ਉਹਨੂੰ ਲੱਗਾ ਉਹਦੀ ਧੌਣ ਜਿਵੇਂ ਪੀੜ ਕਰਦੀ ਹੋਵੇ। ਉਹਦੀ ਧੌਣ ਤੇ ਕਿਸ ਦਾ ਗੋਡਾ ਸੀ? ਮੱਝ ਚੋਣ ਲਈ ਭਾੜਾ ਤੇ ਬਾਲਟੀ ਲਈ ਆਉਂਦੀ ਉਹਦੀ ਭੈਣ ਬਚਨੋ, ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੇ ਸਹੁਰਿਆਂ ਤੋਂ ਆਈ ਹੋਈ ਸੀ, ਹਲੇ ਉੱਥੇ ਹੀ ਸੀ। ਹਲੇ ਥੋੜੇ ਦਿਨ ਪਹਿਲਾਂ ਹੀ ਤਾਂ ਮਾਂ ਪੂਰੀ ਹੋਈ ਸੀ। ਕੁੱਦੂ ਨੂੰ ਬਾਲਟੀ ਫੜਾ ਕੇ ਗੱਲ ਕਰਨ ਲੱਗੀ ਉਹਦੇ ਨਾਲ। ਹੈ ਵੀਰਾ, ਵੇਖੇ ਨਾ ਦੋਵੇਂ ਵੱਡੇ ਭਾਊ ਆਣ ਹੀ ਵਾਲੇ ਆ। ਵੱਡਾ ਭਾਊ ਰਾਤ ਦਾ ਕਰਮ ਸੂਹ ਕੋਲ ਅੱਡੇ ਤੇ ਆ ਗਿਆ ਹੋਣਾ। ਵੇਖੇ ਨਾ, ਤੂੰ ਜਿਹੜਾ ਹਿਸਾਬ ਕਿਤਾਬ ਕਰਨਾ ਨਾ ਉਹਦੇ ਨਾਲ ਬਹਿ ਕੇ ਕਰ ਲਈ, ਨਿਬੇੜ ਲੈ। ਹੈ ਮਾਂ ਦਾ ਇਕੱਠ ਵੀ ਕਰਨਾ ਹੋਇਆ, ਉਹਦੇ ਫੁੱਲ ਵੀ ਹੱਥ ਬਾਰ ਲੈ ਕੇ ਜਾਣੇ ਆ। ਸਿਆਣੇ ਆਖਾ ਲੇਖਾ ਮਾਵਾਂ ਧੀਆਂ ਦਾ ਵੇਖੇ ਨਾ। ਕੁੱਦੂ ਨੂੰ ਬੜੀ ਖਿਝ ਆਈ। ਇਹ ਆ ਗਈ ਵੱਡੀ ਬੇਬੇ ਮੱਤਾਂ ਦੇਣ ਨੂੰ। ਉਹ ਆਪ ਤੋਂ ਛੋਟੀ ਬਚਨੋਂ ਬਾਰੇ ਸੋਚਦਾ ਇੱਦਾਂ ਜਿੱਦਾਂ ਕਿ ਜ਼ਹਿਰ ਘੁਲ ਗਿਆ ਹੋਵੇ ਕੱਲ ਦੀ ਭੂਤਨੀ ਤੇ। ਬਚਨੋਂ ਬੋਲੀ ਜਾ ਰਹੀ ਸੀ। ਵੇਖੇ ਨਾ, ਮੈਨੂੰ ਪਤਾ ਤੇਰਾ ਹੱਥ ਤੰਗ ਆ, ਪਰ ਇਹ ਕੰਮ ਵੀ ਅਕਸਰ ਕਰਨੇ ਹੋਏ। ਮੈਂ ਤਾਂ ਵੱਡਿਆਂ ਨੂੰ ਆਖਿਆ ਸੀ ਤੁਹਾਡਾ ਸਰਦਾ ਆ ਵੀ ਤੁਹਾਡਾ ਹੱਥ ਖੁੱਲਾ ਆ, ਕੋਈ ਨਹੀਂ। ਉਹ ਅੱਗੋਂ ਆਂਦੇ ਅਸੀਂ ਖਾਣ ਲਈ ਦਾਣੇ ਹੀ ਖੜਦੇ ਆ, ਜ਼ਮੀਨ ਵੀ ਇਹ ਮੁਹਤ ਜੀ ਵਾਹੀ ਜਾਂਦਾ ਆ। ਵੇਖੇ ਨਾ, ਸਾਰੇ ਤੇਰੇ ਭਾਈਏ ਵਰਗੇ ਥੋੜੀ ਆ, ਹਨਾ। ਉਹ ਕੁਛ ਨਹੀਂ ਮੰਗਦਾ। ਕੁੱਦੂ ਜਿਵੇਂ ਗੱਲ 'ਚ ਡੱਕਾ ਦਿੱਤੀ ਬੈਠਾ ਸੀਗਾ, ਚੀਕ ਹੀ ਪਿਆ, ਉਹ ਤੂੰ ਵੀ ਲੈ ਜਾ, ਫੇਰ ਉਹ ਵੀ ਲੈ ਜਾਣ। ਜ਼ਮੀਨ ਸਹੁਰੀ ਨੇ ਬੜਾ ਕੁਛ ਕੀਤਾ, ਮੈਨੂੰ ਕਾਹਨੂੰ ਕਿਤੇ ਪਾਤਸ਼ਾਹ ਬਣਾ ਦਿੱਤਾ। ਉੱਚੀ ਚੀਕਵੀਂ ਆਵਾਜ਼ ਸੁਣ ਕੇ ਜ਼ੋਰ ਨਾਲ ਥਣ ਨੱਪਿਆ ਜਾਣ ਕੇ। ਬਸ ਮੱਝ ਭੁੜਕ ਪਈ, ਕੁੱਦੂ ਡਿੱਗ ਪਿਆ। ਬਚਾਉਂਦਿਆਂ ਵੀ ਥੋੜਾ ਦੁੱਧ ਡੋਲੀ ਗਿਆ। ਇੰਨੇ 'ਚ ਫਿਰ ਦੇਖ ਕੇ ਬਚਨੋਂ ਨੂੰ ਵੀ ਖਿੱਚ ਚੜੀ। ਵੇਖੇ ਨਾ, ਸਿੱਧਿਆਂ ਨੂੰ ਪੁੱਠਾ ਆਉਂਦਾ ਆ। ਉਹ ਬੁੜਬੁੜ ਕਰਦੀ ਹੋਈ ਉੱਥੋਂ ਤੁਰ ਗਈ ਬਾਲਟੀ ਲੈ ਕੇ। ਤੇ ਚੌਂਕੇ 'ਚੋਂ ਫਿਰ ਪਤਨੀ ਰਤਨੀ ਨੇ ਚੀਕ ਕੇ ਕਿਹਾ, ਇਹਨੇ ਬੇਜ਼ਬਾਨੇ ਨੇ ਤੇਰਾ ਕੀ ਵਿਗਾੜਿਆ ਆ? ਬਸ ਫਿਰ ਉੱਥੇ ਹੀ ਸਵਾਰਦਾ ਰਿਹਾ। ਮੱਝ ਡਰ ਕੇ ਖੁਰਲੀ ਵਾਲੇ ਪਾਸੇ ਨੂੰ ਹੋ ਗਈ, ਪਰ ਫਿਰ ਉਹ ਰਲਾਉਂਦਾ ਰਿਹਾ ਉਹਦੇ ਪੱਠੇ। ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦੇ ਦਿੱਤੀ। ਕੁੱਦੂ ਡੰਗਰਾਂ ਦੀਆਂ ਖੁਰਲੀਆਂ ਵਿੱਚ ਐਵੇਂ ਹੀ ਹੱਥ ਮਾਰਨ ਲੱਗ ਪਿਆ ਕਿ ਉੱਥੇ ਹੀ ਮਸਰੂਫ ਰਹੇ। ਹੌਲੀ ਹੌਲੀ ਕਰਕੇ ਮੋਟਰਸਾਈਕਲ ਦੀ ਆਵਾਜ਼ ਦਰਵਾਜ਼ੇ ਤੱਕ ਆ ਪਹੁੰਚੀ ਤੇ ਡਿਓੜੀ 'ਚ ਲਾ ਦਿੱਤਾ ਮੋਟਰਸਾਈਕਲ ਆ ਕੇ। ਵੱਡਾ ਭਰਾ ਸਵਰਨ ਸਿੰਘ
ਆਪਣੀਆਂ ਅੱਖਾਂ ਤੋਂ ਐਨਕਾਂ ਲਾਈਆਂ, ਰੁਮਾਲ ਨਾਲ ਉਹਨੂੰ ਸਾਫ਼ ਕੀਤਾ, ਫਿਰ ਦਸਤਾਨੇ ਪਹਿਨੇ, ਹੱਥਾਂ ਨਾਲ ਓਵਰਕੋਟ ਤੋਂ ਸਿਲ ਪੂੰਝਦਾ ਡਿਉੜੀ ਵਿੱਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਕੋਲ ਆ ਕੇ ਉਹਨੂੰ ਮਿਲਿਆ। ਛੋਟਾ ਭਰਾ ਜਿਹੜਾ ਨਾਲ ਆਇਆ ਸੀ ਕਰਮ ਸਿੰਘ, ਉਹਨੇ ਲੋਈ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੀ ਲਈ ਪਾਈ ਹੋਈ ਸੀਗੀ। ਸੋ ਉਹ ਜੁੱਤੇ ਦੇ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰਾਂ ਨੂੰ ਚੌਂਤਰੇ ਦੀ ਵੱਟ ਤੇ ਘਸਾਉਂਦਿਆਂ ਬਚਨੋਂ ਵੱਲ ਮੂੰਹ ਕੀਤਾ। ਕੁੱਦੂ ਕਿੱਥੇ ਹੈ? ਭੈਣ ਬਚਨੋਂ ਨੇ ਕਿਹਾ, ਉਹ ਡੰਗਰਾਂ ਵਾਲੇ ਪਾਸੇ ਹੈ। ਉਹ ਆ ਭਾਈ ਭਲਵਾਨਾ, ਰਤਾ ਮਸ਼ਵਰਾ ਕਰ ਲਈਏ। ਭਾਜੀ ਹੁਣਾਂ ਤੋਂ ਵੀ ਰੋਜ਼-ਰੋਜ਼ ਛੁੱਟੀ ਨਹੀਂ ਆਇਆ ਜਾਂਦਾ, ਮੈਂ ਵੀ 100 ਕੰਮ ਕਰਨੇ ਹੁੰਦੇ ਆ। ਨਾਲੇ ਬੁੱਢੜੀ ਦੇ ਫੁੱਲ, ਜੇ ਤੂੰ ਜਾਣਾ ਤਾਂ ਤੂੰ ਸਹੀ, ਤੇ ਜੇ ਮੈਂ ਜਾਣਾ ਤਾਂ ਮੈਂ ਸਹੀ, ਗੰਗਾ ਪਾ ਆਈਏ। ਕੁੱਦੂ ਨੇ ਉੱਥੋਂ ਹੀ ਬੇਪਰਵਾਹੀ ਨਾਲ ਜਵਾਬ ਦਿੱਤਾ, ਆਉਣਾ ਆ। ਬਸ ਬਜ਼ੁਰਗ ਬਿਸ਼ਨ ਸਿੰਘ ਸਾਰਾ ਕੁਝ ਦੇਖੀ ਜਾਂਦਾ ਸੀ ਬੈਠਾ ਇੱਕ ਮੰਜੇ ਤੇ। ਵੱਡਾ ਭਰਾ ਜਿਹੜਾ ਸਵਰਨ ਸਿੰਘ, ਤਿੰਨਾਂ ਭਰਾਵਾਂ 'ਚੋਂ ਸਭ ਤੋਂ ਵੱਡਾ, ਪੜ੍ਹਿਆ ਲਿਖਿਆ ਸੀ। ਆਪਣੀ ਹਿੰਮਤ ਨਾਲ ਉਹਨੇ ਪੜ੍ਹ ਕੇ ਓਵਰਸੀਅਰ ਲੱਗ ਗਿਆ ਸੀਗਾ, ਚੰਗੀ ਕਮਾਈ ਕਰਦਾ ਸੀ। ਸ਼ਹਿਰ 'ਚ ਕੋਠੀ ਪਾ ਲਈ ਸੀ ਤੇ ਧੀ ਵੀ ਵਿਆਹ ਛੱਡੀ ਸੀ। ਸੈੱਟ ਸੀਗੇ ਸਾਰੇ ਜਣੇ, ਮਿਲ ਵਰਤਣ ਲੋਕਾਂ ਦੇ ਨਾਲ ਬਥੇਰੀ ਸੀ, ਉਹਦੀ ਜਾਣ ਪਛਾਣ ਵੀ ਬਥੇਰੀ ਸੀ। ਪਿੰਡ ਉਸਦਾ ਆਉਣ ਜਾਣਾ ਘੱਟ ਹੀ ਹੁੰਦਾ ਸੀਗਾ। ਜਿਹੜੀ 2-2.5 ਕਿੱਲੇ ਜ਼ਮੀਨ ਉਹਦੇ ਹਿੱਸੇ ਆਉਂਦੀ ਸੀ, ਉਹ ਕੁੱਦੂ ਹੀ ਵਾਹੁੰਦਾ ਹੁੰਦਾ ਸੀ। ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਹੁੰਦਾ ਸੀਗਾ। ਆਪਣੇ ਅੰਗਾਂ ਸਾਕਾਂ ਦੇ ਯਾਰਾਂ ਦੋਸਤਾਂ ਵਿੱਚ ਇਹੋ ਹੀ ਕਹਿੰਦਾ ਹੁੰਦਾ ਸੀਗਾ ਕਿ ਜ਼ਮੀਨ ਕੁੱਦੂ ਨੂੰ ਮੁਫਤ ਹੀ ਦਿੱਤੀ ਹੋਈ ਹੈ। ਕੁੱਦੂ ਨੂੰ ਬੜਾ ਹੀ ਅਫਸੋਸ ਆਉਂਦਾ ਹੁੰਦਾ ਸੀ ਕਿ ਮੇਰਾ ਭਰਾ ਮੈਨੂੰ ਇੱਦਾਂ ਪੇਸ਼ ਕਰਦਾ ਜਿਵੇਂ ਮੈਂ ਕੋਈ ਵਿਚਾਰਾ ਜਿਹਾ ਹੋਵਾਂ, ਜਿਵੇਂ ਮੇਰਾ ਕੋਈ ਆਸਰਾ ਨਾ ਹੋਵੇ। ਇਹ ਇਸ ਤਰ੍ਹਾਂ ਦੱਸਦਾ ਕਿ ਮੈਂ ਤਾਂ ਸਿਰਫ ਦਾਣੇ ਹੀ ਲੈ ਕੇ ਆਣਾ, ਜ਼ਮੀਨ ਤਾਂ ਉਹਨੂੰ ਹੀ ਦਿੱਤੀ ਹੋਈ ਹੈ। ਤੇ ਬਜ਼ੁਰਗ ਬਿਸ਼ਨ ਸਿੰਘ ਜਿਹੜਾ ਬੈਠਾ ਸਾਰੇ ਹਾਲਾਤਾਂ ਨੂੰ ਸਮਝਦਾ ਸੀ, ਸਾਰੇ ਆਪਣੇ ਬੱਚਿਆਂ ਦੇ ਬਾਰੇ ਜਾਣਦਾ ਸੀ ਅੰਦਰੋਂ। ਹੁਣ ਉਹਦੀ ਤੀਵੀਂ ਵੀ ਤਾਂ ਜਾ ਚੁੱਕੀ ਸੀਗੀ ਨਾ, ਕੀ ਜ਼ੋਰ ਚੱਲਦਾ ਸੀ। ਨਾਲੇ ਵੈਸੇ ਵੀ ਸਵਰਨ ਸਿੰਘ ਦਾ ਜ਼ੋਰ ਹੀ ਇੰਨਾ ਸੀਗਾ ਕਿ ਪਿਓ ਵੀ ਉਹਦੇ ਮੂਹਰੇ ਕੁਝ ਕਹਿ ਨਹੀਂ ਸੀ ਸਕਦਾ ਹੁੰਦਾ। ਉਹਨੂੰ ਇੱਦਾਂ ਲੱਗਦਾ ਹੁੰਦਾ ਸੀ ਉਹ ਆਪਣੇ ਮੁੰਡੇ ਮੂਹਰੇ ਹੋਵੇ ਜਿਵੇਂ ਕਿਸੇ ਤਹਿਸੀਲਦਾਰ ਦੇ ਸਾਹਮਣੇ ਝੁੱਕ ਕੇ ਖੜਿਆ ਹੋਵੇ। ਉਹਨੂੰ ਉਹਦੇ ਘਰ ਸ਼ਹਿਰ ਜਾਣਾ ਵੀ ਚੰਗਾ ਨਹੀਂ ਸੀ ਲੱਗਦਾ ਹੁੰਦਾ, ਜਿਵੇਂ ਕਿ ਪਤਾ ਨਹੀਂ ਇੱਥੇ ਮੇਰਾ ਦਿਲ ਹੀ ਨਹੀਂ ਲੱਗਣਾ। ਘਰ ਦੇ ਕੂਲੇ ਜਿਹੇ ਮਾਹੌਲ 'ਚ ਬਹੁਤੀ ਦੇਰ ਨਹੀਂ ਸੀ ਟਿਕਿਆ ਜਾਂਦਾ ਉਹਦੇ ਕੋਲ। ਉਹਨੂੰ ਲੱਗਦਾ ਸੀ ਜਿਵੇਂ ਉਹਦੇ ਪੈਰ ਉਸ ਘਰ 'ਚ ਠੀਕ ਤਰ੍ਹਾਂ ਉੱਠ ਹੀ ਨਹੀਂ ਰਹੇ। ਉਹਦੀ ਨੂੰਹ ਤੇ ਪੋਤਰੇ ਪੋਤਰੀਆਂ ਜਿਵੇਂ ਨੂੰ ਘੂਰ-ਘੂਰ ਕੇ ਵੇਖਦੇ ਰਹਿੰਦੇ ਆ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ ਵਿੱਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ 'ਚ ਛੱਡ ਆਇਆ ਹੋਵੇ। ਤੇ ਦੂਸਰਾ ਭਰਾ ਜਿਹੜਾ ਕਰਮ ਸਿੰਘ, ਉਹ ਕੁੱਦੂ ਤੋਂ 2 ਸਾਲ ਵੱਡਾ ਸੀ। ਪੜ੍ਹਾਈ ਵੱਲੋਂ ਬੜਾ ਹੀ ਲਾਪਰਵਾਹ, ਸ਼ਰਾਰਤਾਂ 'ਚ ਨੰਬਰ 1 ਹੁੰਦਾ ਸੀਗਾ। ਤੇ ਫਿਰ ਜਵਾਨੀ ਚੜ੍ਹਦਿਆਂ ਹੀ ਕਰਮਾ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ। ਤੇ ਕੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਭਲਵਾਨੀ। ਬਸ ਹੌਲੀ ਹੌਲੀ ਉਹਨੇ ਬਲੈਕ ਦਾ ਮਾਲ ਜਿਹੜਾ ਕਰਦਾ ਸੀ ਆਪਣਾ ਹਿੱਸਾ ਰੱਖਣਾ ਸ਼ੁਰੂ ਕਰਤਾ। ਅੱਜ ਹੋਰ ਕੱਲ ਹੋਰ। ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌਂਕ ਵਿੱਚ ਆਪਣਾ ਮਕਾਨ ਬਣਾ ਕੇ ਬਹਿ ਗਿਆ ਸੀ, ਠਾਠ ਨਾਲ ਰਹਿੰਦਾ ਸੀਗਾ। ਡੇਅਰੀ ਤੇ ਮੁਰਗੀ ਫਾਰਮ ਖੋਲ੍ਹ ਲਿਆ ਸੀ। ਉਹਦੇ ਘਰ ਹੁਣ ਪੂਰੀ ਲਹਿਰ ਬਹਿਰ ਸੀ। ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਕੁੱਦੂ ਦਾ ਕੁੱਦੂ ਹੀ ਰਹਿ ਗਿਆ। ਪਿਓ ਵਾਲੀ ਹਾਲਤ ਤੇ ਜੰਗੀ ਉਸਦੇ ਹੱਥ ਵਿੱਚ ਸੀ। ਕੁੱਦੂ ਸੱਚੀ ਹੀ ਵਾਹੀ ਵਿੱਚ ਦੂਣੇ ਜ਼ੋਰ ਨਾਲ ਲੱਗਿਆ ਰਹਿੰਦਾ ਸੀ, ਪਰ ਫਿਰ ਵੀ ਖੱਟਦਾ ਕੁਛ ਨਹੀਂ ਸੀ। ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਆਪਣੇ ਸੁਪਨੇ ਵਿੱਚ ਜਿਵੇਂ ਕੋਈ ਡਰ ਕੇ ਭੱਜਣ ਵਾਲਿਆਂ ਵਾਂਗ ਭੱਜਣ ਦੀ ਕੋਸ਼ਿਸ਼ ਕਰਦਾ ਹੋਵੇ, ਪਰ ਪੈਰ ਪੁੱਟਿਆ ਨਾ ਜਾਂਦਾ ਹੋਵੇ ਨਾ। ਇਸੇ ਤਰ੍ਹਾਂ ਹੀ ਉਹਦੀ ਜ਼ਿੰਦਗੀ ਦਾ ਹਾਲ ਸੀ, ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਛਾਂਹ ਖਿੱਚੀ ਜਾ ਰਹੀ ਸੀ। ਮਨ ਹੀ ਮਨ ਉਹ ਦੋਹਾਂ ਭਰਾਵਾਂ ਬਾਰੇ ਸੋਚ ਕੇ ਝੁੰਝਲਾ ਉੱਠਿਆ। ਤੇ ਤੀਜੀ ਭੈਣ ਬਚਨੋਂ, ਉਫ, ਇਹ ਕਿਹੋ ਜਿਹੇ ਰਿਸ਼ਤੇ ਨੇ। ਵੱਡੇ ਤੇ ਉਸਨੂੰ ਖਿਝ ਇਸੇ ਗੱਲੋਂ ਹੀ ਆਂਦੀ ਰਹਿੰਦੀ ਸੀ ਕਿ ਸਾਕਾ ਸਾਹਮਣੇ ਉਹਨੂੰ ਯਤੀਮ ਜਿਹਾ ਬਣਾ ਕੇ ਹੀ ਪੇਸ਼ ਕਰਦਾ। ਹਲੇ ਥੋੜੇ ਦਿਨ ਪਹਿਲਾਂ ਹੀ ਮਾਂ ਦੇ ਫੁੱਲ ਚੁਣਦਿਆਂ ਉਹਦੇ ਨਾ ਜੀਜੇ ਨੇ ਸਾਥ ਦਿੱਤਾ ਸੀ ਤੇ ਨਾ ਭੈਣ ਨੇ। ਭੈਣ ਤੇ ਵੀ ਬਚਨੋਂ ਤੇ ਇਸ ਗੱਲੋਂ ਵੀ ਖਿਝ ਆਈ ਸੀਗੀ ਕਿ ਉਹਨੇ ਮਾਂ ਦੀਆਂ ਜਦੋਂ ਇਸ਼ਨਾਨ ਕਰਾ ਰਹੇ ਸੀਗੇ, ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਲਾ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ ਸੀਗੀਆਂ। ਤੇ ਜਿਹੜਾ ਜੀਜਾ ਉਹ ਭਰਾ ਨੂੰ ਸਲਾਹ ਦੇ ਰਿਹਾ ਸੀਗਾ ਵੱਡੇ ਨੂੰ, ਆ ਤੁਸੀਂ ਆਪ ਹੀ ਦੇਖ ਲਿਆ ਕਰੋ, ਕੁੱਦੂ ਕੋਲੋਂ ਤਾਂ ਬਣਦਾ ਸਰਦਾ ਨਹੀਂ ਕੁਛ, ਜ਼ਮੀਨ ਆਪ ਹੀ ਦੇਖ ਲਿਆ ਕਰੋ, ਪੱਠੇ ਪੁੱਠੇ ਬੀਜ ਲਿਆ ਕਰੋ। ਕਰੇਗੀ। ਕਿਸੇ ਟਾਈਮ ਉਹਨੂੰ ਮਾਂ ਤੇ ਵੀ ਗੁੱਸਾ ਆਉਂਦਾ ਸੀ, ਪਰ ਇੱਕੋ ਮਾਂ ਹੀ ਤਾਂ ਸੀ
ਜਿਸ ਨੇ ਉਹਨੂੰ ਅੰਤਾਂ ਦਾ ਪਿਆਰ ਕੀਤਾ ਸੀ, ਸਦਾ ਉਹਦੇ ਹੱਕ ਵਿੱਚ ਡਟ ਕੇ ਬੋਲੀ ਸੀ। ਜਿਹੜੀ ਗੱਲ, ਜਿਹੜੀ ਭਾਸ਼ਾ ਵਿੱਚ ਜਿੰਨੇ ਜ਼ੋਰ ਨਾਲ ਉਹ ਕਹਿਣਾ ਚਾਹੁੰਦਾ ਹੁੰਦਾ ਸੀ ਨਾ, ਉਹਦੀ ਮਾਂ ਉਹ ਗੱਲ ਉਸ ਨਾਲੋਂ ਵੀ ਜ਼ੋਰਦਾਰ ਤਰੀਕੇ ਨਾਲ ਸੋਹਣੇ ਅੰਦਾਜ਼ 'ਚ ਕਿਹਾ ਕਰਦੀ ਸੀਗੀ। ਉਹੋ ਹੀ ਤਾਂ ਸੀ ਜਿਹੜੀ ਕੁੱਦੂ ਬਾਰੇ ਕਹਿੰਦੀ ਸੀ, ਇਹ ਤਾਂ ਮੇਰਾ ਲੋਲੜ ਪੁੱਤ ਹੈ, ਭੋਲਾ ਭਾਲਾ, ਸ਼ਿਵਾ ਵਰਗਾ ਹੈ। ਤੁਸੀਂ ਤਾਂ ਸਭ ਕਾਂਟੇ ਹੋ ਕਾਂਟੇ। ਕੁੱਦੂ ਨੂੰ ਅਫਸੋਸ ਸੀ ਕਿ ਉਹਦੀ ਮਰਦੀ ਹੋਈ ਮਾਂ ਕੋਲ ਉਹ ਉਦੋਂ ਸੀਗਾ ਨਹੀਂ ਜਦੋਂ ਉਹ ਪੂਰੀ ਹੋਈ। ਸਾਰੀ ਉਮਰ ਮਾਂ ਉਹਦੇ ਕੋਲ ਰਹੀ, ਪਰ ਮਰਨ ਸਮੇਂ ਉਸ ਕੋਲੋਂ ਚਲੀ ਗਈ। ਉਹ ਕਿਉਂ ਗਈ ਸੀਗੀ ਮੈਂ ਤੁਹਾਨੂੰ ਦੱਸਾਂਗੀ ਜ਼ਰੂਰ। ਤੇ ਅੱਗੇ ਫਿਰ ਕੁੱਦੂ ਕੀ ਸੋਚ ਵਿਚਾਰ ਕਰਦਾ ਆਪਣੇ ਭਰਾਵਾਂ ਕੋਲ ਆ ਖੜਦਾ ਹੈ, ਜਿਹੜੇ ਕਹਿੰਦੇ ਆ ਭਾਈ ਮਸ਼ਵਰਾ ਕਰ ਲਈਏ। ਇਹ ਕਿਹੜੀ ਸੁਲ੍ਹਾ ਹੈ ਜਿਹੜੀ ਉਹਨਾਂ ਨੇ ਕਰਨੀ ਸੀ। ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ, ਪ੍ਰੋਗਰਾਮ ਰੋਸ਼ਨੀ ਤੁਸੀਂ ਸੁਣ ਰਹੇ ਹੋ ਰੈਡ FM ਤੇ ਇਹ ਕਹਾਣੀ ਕਈਆਂ ਨੇ ਪੜ੍ਹੀ ਹੈ, ਪਾਠਕ੍ਰਮ ਦਾ ਹਿੱਸਾ ਵੀ ਹੁੰਦੀ ਸੀਗੀ, ਜੇਕਰ ਤੁਹਾਨੂੰ ਯਾਦ ਹੋਵੇ। ਕਿੰਨੀ ਪਹਿਲਾਂ ਦੀ ਲਿਖੀ ਹੋਈ ਕਹਾਣੀ ਤੇ ਅੱਜ ਵੀ ਇਵੇਂ ਲੱਗਦਾ ਹੈ ਕਿ ਹਾਂ, ਘਰਾਂ 'ਚ ਪਰਿਵਾਰਾਂ 'ਚ ਇਹ ਹਾਲ ਹੋ ਜਾਂਦਾ। ਅੱਛਾ, ਤੇ ਫਿਰ ਹੁਣ ਅਗਾਂਹ ਤੋਰਦੇ ਹਾਂ ਕਹਾਣੀ ਨੂੰ। ਕੁੱਦੂ ਦੀ ਗੱਲ ਕੀਤੀ। ਧਰਮ ਕੁੱਦੂ, ਭਰਾ ਭੈਣ ਘਰ ਬੈਠੇ ਨੇ। ਮਾਂ ਪੂਰੀ ਹੋਈ ਅਜੇ ਕੁਝ ਦਿਨ ਹੀ ਹੋਏ, ਤੇ ਮਾਂ ਪੂਰੀ ਜਦੋਂ ਹੋਈ ਤਾਂ ਕੁੱਦੂ ਉਹਦੇ ਕੋਲ ਨਹੀਂ ਸੀਗਾ। ਲਗਭਗ 1.5 ਮਹੀਨਾ ਇਲਾਜ ਚੱਲਦਾ ਰਿਹਾ, ਪਰ ਬੁੱਢੜਾ ਤੇ ਸਰੀਰ ਕਮਜ਼ੋਰ ਬਿਮਾਰੀ ਦੀ ਮਾਰ ਹੀ ਨਹੀਂ ਝੱਲ ਸਕਿਆ। ਫਿਰ ਪਿੱਛੇ ਬਿਸ਼ਨ ਸਿੰਘ ਰਹਿ ਗਿਆ। ਸਵਰਨ ਸਿੰਘ ਜਦੋਂ ਮਾਂ ਦਾ ਪਤਾ ਲੈਣ ਆਇਆ ਸੀਗਾ ਨਾ, ਤਾਂ ਉਹ ਮਾਂ ਨੂੰ ਆਪਣੇ ਨਾਲ ਸ਼ਹਿਰ ਹੀ ਲੈ ਗਿਆ ਸੀਗਾ ਕਿ ਉੱਥੇ ਵੱਡੇ ਹਸਪਤਾਲ 'ਚ ਇਲਾਜ ਕਰਾਵਾਂਗਾ। ਤਾਂ ਕਰਕੇ ਫਿਰ ਉੱਥੇ ਇਲਾਜ ਚੱਲਦਾ ਰਿਹਾ, ਪਰ ਕਿਉਂਕਿ ਬਿਮਾਰੀ ਦੀ ਮਾਰ ਜ਼ਿਆਦਾ ਸੀਗੀ ਤਾਂ ਉਹ ਪੂਰੀ ਹੋ ਗਈ। ਫਿਰ ਬੁਲਾਇਆ ਕੁੱਦੂ ਨੂੰ ਕਿ ਆ ਜਾ ਹੁਣ, ਇੱਥੇ ਕਿੱਲੇ ਨੂੰ ਹੀ ਠੱਕ ਕਰੀ ਜਾਣਾ ਆ। ਉਹਨੂੰ ਹਾਕ ਮਾਰੀ ਤੇ ਆਨਾ ਆ, ਫਿਰ ਲਾਪਰਵਾਹੀ ਦੇ ਨਾਲ ਆਨਾ ਆ ਕਹਿ ਕੇ ਟਾਲਦਾ ਗਿਆ। ਆਇਆ ਤੇ ਝਾੜਦਾ ਹੋਇਆ ਆਪਣੇ ਕੱਪੜੇ ਉਹਨੂੰ ਬਾਲਿਆ ਉੱਥੇ। ਹਾਂਜੀ ਦੱਸੋ, ਕਰੋ ਵੀ ਮਸ਼ਵਰਾ, ਜਿਹੜਾ ਕਰਨਾ, ਕੀ ਗੱਲ ਹੈ। ਸੋ ਪਿਓ ਵੀ ਬੈਠਾ, ਬਾਪੂ ਵੀ ਬੈਠਾ, ਚੁੱਪ ਕੀਤੇ ਦੇਖੀ ਜਾਂਦਾ ਸੀਗਾ ਕਿ ਕੀ ਗੱਲ ਚੱਲਦੀ। ਵੇਖ, ਸਲਾਹ ਨਾਲ ਰਲ ਕੇ ਆਪਾਂ ਇਹ ਕੰਮ ਕਰਨਾ ਆ, ਭਰਾ ਬੋਲਿਆ। ਸੋ ਆਪਸ ਵਿੱਚ ਜਿਹੜੀ ਗੱਲ ਕਰਨੀ ਕਰ ਲਈਏ, ਉਹਦੇ ਵਰਗੀ ਰੀਸ ਨਹੀਂ ਹੁੰਦੀ। ਤੇ ਕਰਮ ਸਿੰਘ ਨੇ ਇਹ ਗੱਲ ਕਹੀ, ਖੰਗੂਰਾ ਜਿਹਾ ਮਾਰ ਕੇ ਬੋਲਿਆ, ਗੱਲ ਤਾਂ ਇਹ ਹੈ ਕਿ ਮਾਂ ਦਾ ਇਕੱਠ ਕਰਨਾ ਗੱਜ ਵੱਜ ਕੇ, ਸਾਰੇ ਅੰਗ ਸਾਕ ਸੱਦਣੇ ਆ। ਬੁੱਢੜੀ ਕਰਮਾਂ ਵਾਲੀ, ਦੋਤਿਆਂ ਪੋਤਿਆਂ ਵਾਲੀ ਹੋ ਕੇ ਉਮਰ ਭੋਗ ਕੇ ਗਈ ਆ, ਉਹਨੂੰ ਵੱਡਿਆਂ ਕਰਨਾ ਹੈ ਕੀ ਸਲਾਹ ਹੈ। ਤੇ ਬਜ਼ੁਰਗ ਬੋਲੇ, ਮੇਰੀ ਕੀ ਸਲਾਹ ਹੋਣੀ, ਜਿਵੇਂ ਤੁਸੀਂ ਠੀਕ ਸਮਝੋ। ਤੇ ਸਵਰਨ ਸਿੰਘ ਜਿਹੜਾ ਵੱਡਾ ਭਰਾ, ਉਹ ਕਹਿਣ ਲੱਗੇ ਵੀ ਮੈਂ ਕਰਮ ਸਿੰਘ ਨੂੰ ਕਿਹਾ ਸੀ ਇਹ ਫਜ਼ੂਲ ਖਰਚੀ ਹੈ, ਇਹ ਮੰਨਦਾ ਹੀ ਨਹੀਂ। ਪਰ ਕਰਮ ਸਿੰਘ ਤਾਂ ਚਾਹੁੰਦਾ ਕਿ ਅਸੀਂ ਕਰੀਏ। ਉਹ ਕਹੇ ਵੀ ਭਾਜੀ, ਭਾਈਚਾਰਾ ਕੀ ਆਖੂਗਾ, ਚੰਗੇ ਭਲੇ ਪੁੱਤ ਕਮਾਉਂਦੇ ਆ, ਪੈਸੇ ਵਾਲੇ ਆ, ਕੀ ਮਰੀ ਪੈ ਗਈ। ਤੁਹਾਡੇ ਪੜ੍ਹਿਆਂ ਲਿਖਿਆਂ ਲਈ ਹੋਊ ਫਜ਼ੂਲ ਖਰਚੀ, ਨਾਲੇ ਤੁਹਾਨੂੰ ਕੀ, ਤੁਸੀਂ ਤਾਂ ਸ਼ਹਿਰ ਰਹਿਣਾ, ਇੱਥੇ ਮਿਹਣੇ ਤਾਂ ਸਾਨੂੰ ਹੀ ਮਿਲਣੇ ਆ। ਇਹ ਕਰਮ ਸਿੰਘ ਨੇ ਅੱਗੇ ਜਵਾਬ ਦੇ ਦਿੱਤਾ। ਤੇ ਬਚਨੋਂ ਵੀ ਫਿਰ ਕਹਿਣ ਲੱਗੀ, ਆਹੋ ਨਹੀਂ ਭਾਜੀ, ਇਹ ਇੱਦਾਂ ਹੈ ਵੀ ਮੇਰੀਆਂ ਵੀ ਦਰਾਣੀਆਂ ਜਠਾਣੀਆਂ ਜਿਹੜੀਆਂ ਉਹ ਦੇਖਦੀਆਂ ਹੋਊ, ਭਾਈ ਮੈਂ ਵੀ ਅੱਗੇ ਜਾ ਕੇ ਮੂੰਹ ਦਿਖਾਣਾ ਆ, ਨਹੀਂ ਤਾਂ ਉਹਨਾਂ ਨੇ ਚਿੱਬੀਆਂ ਦੇ ਮਾਰ ਛੱਡਣਾ ਆ। ਕੁੱਦੂ ਨੂੰ ਪਤਾ ਸੀ ਕਿ ਬਿਸ਼ਨ ਸਿੰਘ ਪਿਤਾ ਦੇ ਰਾਹੀਂ ਗੱਲ ਉਹਦੇ ਨਾਲ ਕੀਤੀ ਜਾ ਰਹੀ ਹੈ, ਉੱਦਾਂ ਹੀ ਪਹੁੰਚਾਈ ਜਾ ਰਹੀ ਹੈ, ਪਰ ਫਿਰ ਵੀ ਉਹ ਘੁੱਟਿਆ ਬੈਠਾ ਰਿਹਾ ਉੱਥੇ। ਲੱਗਿਆ ਤਾਂ ਉਹਨੂੰ ਵੀ ਸੀ ਕਿ ਸੱਚੀ ਫਜ਼ੂਲ ਖਰਚੀ ਹੈ ਇਹ, ਇੰਨਾ ਕੁਛ ਕਰਨੇ ਦੀ ਸਾਨੂੰ ਕੀ ਲੋੜ ਹੈ। ਪਰ ਦੂਜੇ ਨੰਬਰ ਦਾ ਭਰਾ ਕਿਹੜਾ ਮੰਨਦਾ ਸੀ। ਅੱਛਾ ਵੀ ਦੇਖੋ, ਮੈਂ ਤਾਂ ਪਿੱਛੇ ਨਹੀਂ ਹਟਦਾ, ਜਿੰਨਾ ਖਰਚਾ ਮੇਰੇ ਹਿੱਸੇ ਆਉਂਦਾ ਆ ਦੱਸ ਦਈਓ। ਵੱਡੇ ਭਰਾ ਨੇ ਆਪਣੀ ਇੰਨੀ ਗੱਲ ਕਹਿ ਦਿੱਤੀ। ਫਿਰ ਉਹਨੂੰ ਲੱਗਿਆ ਕੁੱਦੂ ਨੂੰ ਕਿ ਵੀ ਅੱਛਾ, ਇਹ ਤਾਂ ਫਿਰ ਵੱਡੇ ਭਰਾ ਨੇ ਵੀ ਕਹਿ ਤਾ ਕਿ ਮੈਂ ਆਪਣਾ ਹਿੱਸਾ ਪਾ ਦੂੰ। ਕਰਮ ਸਿੰਘ ਨੇ ਫਿਰ ਹਿਸਾਬ ਕਿਤਾਬ ਜਿਹਾ ਲਾਇਆ, ਕਹਿਣ ਲੱਗਿਆ ਵੀ 5-7 ਹਜ਼ਾਰ ਦਾ ਸਹਿਜੇ ਹੀ ਖਰਚਾ ਹੋ ਜਾਣਾ। ਨਾਲੇ ਭਾਜੀ ਹੁਰੀ ਕਹਿੰਦੇ 2700 ਰੁਪਇਆ ਮਾਂ ਦੀ ਬਿਮਾਰੀ ਤੇ ਇਹਨਾਂ ਨੇ ਖਰਚ ਕੀਤਾ, ਆਪਾਂ ਤਿੰਨਾਂ ਨੂੰ 900 ਆਂਦਾ। ਫਿਰ ਖਰਚ ਦਾ ਵਿਸਥਾਰ ਦੇਣ ਲੱਗ ਗਿਆ। ਮਾਂ ਦੀ ਬਿਮਾਰੀ ਦਾ ਖਰਚ ਵੰਡੇ ਜਾਣ ਦੀ ਜਦੋਂ ਗੱਲ ਹੋਈ ਤਾਂ ਫਿਰ ਕੁੱਦੂ ਨੂੰ ਬਹੁਤ ਧੱਕਾ ਲੱਗਿਆ।
ਉਹ ਦੰਦਾਂ ਵਿੱਚ ਬੁੱਲ ਟੁੱਕਣ ਲੱਗਾ। ਉਹਨੂੰ ਸੋਝ ਨਹੀਂ ਸੀ ਰਿਹਾ ਕਿ ਕੀ ਕਹੇ ਕੀ ਨਾ ਕਹੇ। ਮਾਂ ਦੀ ਬਿਮਾਰੀ ਤੇ ਖਰਚ ਕਰਤਾ, ਫੇਰ ਕੀ ਹੈ। ਇਹਨੇ ਵਿੱਚ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਹੈ। ਬਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਆਪਣੇ ਸੰਗ ਤੋਂ ਇਹ ਗੱਲ ਕਰ ਹੀ ਦਿੱਤੀ। ਬਾਪੂ ਨੇ ਕੁੱਦੂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ। ਲੈ ਵੇਖੇ ਨਾ ਬਾਪੂ, ਆ ਰਹੀ ਨਹੀਂ ਠੀਕ ਗੱਲ। ਜੇ ਇਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗੁਲਾਮੀ ਵੀ ਤਾਂ ਇਹਦੀ ਹੀ ਕਰਦੀ ਰਹੀ ਆ ਮਾਂ। ਇਹਦੇ ਨਿਆਣੇ ਸਾਂਭੇ, ਗੂੰ ਮੂਤ ਧੋਤਾ। ਬਚਨੋਂ ਕੋਲੋਂ ਰਿਹਾ ਨੇ। ਬਚਨੋਂ ਨੇ ਗੱਲ ਬੁੱਕਲ 'ਚ ਹੱਥ ਲੈਂਦਿਆਂ ਨਾਲ ਕਹਿਤੀ। ਬੋਲੀ ਗਈ, ਵੇਖੋ ਨਾ ਮਾਂ ਪਿਓ ਦੇ ਹਿੱਸੇ ਦੀ ਜਾਇਦਾਦ ਵੀ ਤਾਂ ਫਿਰ ਇਹੋ ਹੀ ਖਾਂਦਾ ਸੀ। ਵੱਡੀ ਵਕੀਲਣੀ ਆ ਗਈ, ਤੂੰ ਚੁੱਪ ਕਰ, ਕੁੱਦੂ ਨੇ ਪੱਟ ਕੇ ਜਵਾਬ ਦਿੱਤਾ। ਫਿਰ ਕੁੱਦੂ ਨੂੰ ਗੁੱਸਾ ਬੜਾ ਆਇਆ। ਉਹਦੀਆਂ ਨਾਸਾਂ ਫਰਕ ਰਹੀਆਂ ਸੀਗੀਆਂ। ਇੰਨੀ ਠੰਡ 'ਚ ਉਹਦਾ ਮੱਥਾ ਭਖ ਰਿਹਾ ਸੀ। ਤੇ ਫਿਰ ਬਚਨੋਂ ਹੱਥ ਮਾਰਦੀ ਗੁੱਸੇ 'ਚ ਫਿਰ ਉਬਲਦੀ ਹੋਈ ਬੋਲੀ, ਲੈ ਮੈਂ ਨਹੀਂ ਬਹਿੰਦੀ, ਵੇਖੇ ਨਾ ਮੈਂ ਇਹਨੂੰ ਤਾਂ ਮੈਂ ਜ਼ਹਿਰ ਲੱਗਦੀ ਆ ਨਿਰੀ, ਵੇਖੀ ਨਾ ਮੈਂ ਫਿਰ, ਲੈ ਮੈਂ ਨਹੀਂ ਬਹਿੰਦੀ। ਉੱਥੇ ਮਾਹੌਲ ਜਿਹੜਾ ਬੜਾ ਤਣਾਅ ਵਾਲਾ ਹੋ ਗਿਆ। ਵੇਖੇ ਨਾ ਮੇਰਾ ਹਿੱਸਾ ਵੀ ਆ ਜ਼ਮੀਨ 'ਚ, ਤੂੰ ਬਹੁਤ ਆਇਆ ਵਕੀਲਣੀ ਤਾਂ ਵਕੀਲਣੀ ਸਹੀ, ਫਿਰ ਮੈਂ ਵੀ ਨਹੀਂ ਛੱਡਦੀ ਆਪਣਾ ਹਿੱਸਾ। ਓਹੋ ਚਲੋ ਛੱਡੋ, ਬਾਕੀ ਗੱਲਾਂ ਫੇਰ ਕਰ ਲਾਂਗੇ, ਸ਼ਾਂਤ ਹੋਵੋ, ਇਹ ਆਪਣੇ ਭਰਾ ਨੇ ਕਿਹਾ, ਕਰਮ ਸਿੰਘ ਨੇ। ਤੇ ਐਤਕੀ ਫਿਰ ਸਿੱਧਾ ਕੁੱਦੂ ਦੇ ਨਾਲ ਹੀ ਗੱਲ ਕਰਦਿਆਂ, ਕੁੱਦੂ ਵੱਲ ਮੂੰਹ ਕਰਦਿਆਂ ਉਹਨੇ ਕਿਹਾ, ਭਾਜੀ ਕੋਲ ਨਾ ਟਾਈਮ ਨਹੀਂ, ਬੁੱਢੜੀ ਦੇ ਫੁੱਲ ਦੱਸ ਤੂੰ ਗੰਗਾ ਲੈ ਕੇ ਜਾਣੇ ਜਾਂ ਮੈਂ। 2 ਮਿੰਟ ਕੁੱਦੂ ਚੁੱਪ ਕਰਕੇ ਬੈਠਾ ਰਿਹਾ। ਉਹਦੇ ਅੰਦਰ ਬਹੁਤ ਸਾਰੇ ਵਿਚਾਰ ਚੱਲ ਰਹੇ ਸੀਗੇ, ਇੱਕ ਦੂਸਰੇ ਨੂੰ ਲਤਾੜਦੇ ਹੋਏ, ਕੱਟ ਵੱਢ ਕੇ ਭੱਜੇ ਜਾ ਰਹੇ ਸੀ। ਇੰਨੇ ਮਨ 'ਚ ਖਿਆਲ ਕਿ ਕੀ ਕਰੇ। ਪਲ ਭਰ ਲਈ ਬਾਹਰਲੀ ਧੁੰਦ ਵੀ ਜਿਵੇਂ ਉਹਦੇ ਅੰਦਰ ਪਸਰ ਗਈ ਸੀ। ਉਹ ਸੁੰਨ ਹੋਇਆ, ਗੁੰਮਸੁੰਮ ਹੋਇਆ ਬੈਠਾ ਰਿਹਾ। ਪਤਾ ਨਹੀਂ ਕੀ ਸੋਚੀ ਜਾਂਦਾ ਸੀਗਾ। ਉਹ ਗੱਲ ਤਾਂ ਉਹਦੇ ਨਾਲ ਹੀ ਕਰਦੇ ਸੀ, ਪਰ ਕੁੱਦੂ ਚੁੱਪਚਾਪ। ਤੇ ਫਿਰ ਜਿਵੇਂ ਉਹਦਾ ਧੁੱਖ ਦਾ ਅੰਦਰ ਮੱਚ ਪਿਆ ਹੋਵੇ, ਉਹ ਇੱਕਦਮ ਉੱਠ ਕੇ ਖੜੋ ਗਿਆ। ਵੇਖੋ ਜੀ, ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨਹੀਂ। ਆਪਾਂ ਨਾ ਮਰੜੇ, ਆਪਣੇ ਤੋਂ ਤਾਂ ਅਜੇ ਨਹੀਂ ਜੇ ਆ ਗੰਗਾ ਗੁੰਗਾ ਪੁੱਗਦੀਆਂ। ਉਹ ਪਲ ਭਰ ਲਈ ਰੁਕਿਆ ਤੇ ਫੇਰ ਕਿਉਂ ਸੰਘ 'ਚ ਰੁਕਿਆ, ਥੁੱਕ ਝਟਕ ਕੇ ਬੋਲਿਆ, ਜੇ ਬਹੁਤੀ ਗੱਲ ਹੈ ਤਾਂ ਆ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਆਓ, ਤੇ ਇਹ ਬੁੱਢੜਾ ਬੈਠਾ ਹੈ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ। ਬਿਸ਼ਨ ਸਿੰਘ ਵੱਲ ਇਸ਼ਾਰਾ ਕਰਕੇ ਉਹਨੇ ਬੋਲਿਆ, ਇਹਦਾ ਮੈਂ ਕੱਲਾ ਹੀ ਗੰਗਾ 'ਚ ਪਾ ਆਊਂਗਾ। ਤਿੰਨੇ ਪਿਓ ਪੁੱਤ ਹੈਰਾਨ ਹੋਏ, ਕੁੱਦੂ ਦੇ ਮੂੰਹ ਵੱਲ ਵੇਖੀ ਜਾਣ ਕਿ ਕੀ ਹੋ ਗਿਆ ਇਹਨੂੰ। ਪਰ ਉਹ ਰੁਕਿਆ ਨਹੀਂ, ਅੱਗੇ ਜੋ ਬੋਲਿਆ, ਸੱਚੀ ਗੱਲ ਆ, ਅਜੇ ਆਪਣੀ ਪੁੱਜਤ ਨਹੀਂ, ਤੇ ਜੇ ਇਹ ਸੌਦਾ ਵੀ ਨਹੀਂ ਮਨਜ਼ੂਰ ਤਾਂ ਸਰਦਾਰ ਜੀ ਉਹ ਕਿੱਲੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ। ਜਦੋਂ ਮੇਰੀ ਪਹੁੰਚ ਹੋਈ ਮੈਂ ਆਪੇ ਮਾਂ ਦੇ ਫੁੱਲ ਆਪਣੇ ਹਿੱਸੇ ਦੇ ਪਾਊਂ। ਤੇ ਉਹ ਉਹਨਾਂ ਦੇ ਵਹਿੰਦਿਆਂ ਵਹਿੰਦਿਆਂ ਮੂੰਹ ਘੁੱਟ ਕੇ ਅੰਦਰ ਤੁਰ ਗਿਆ ਤੇ ਕੁਝ ਨਾ ਬੋਲਿਆ, ਪਿੱਛੇ ਮੁੜ ਕੇ ਨਾ ਵੇਖਿਆ। ਇਹ ਸੀ ਆਪਣਾ ਹਿੱਸਾ।